ਵੈਲਕਮ ਹੈ ਦੋਸਤੋ ਤੁਹਾਡਾ ਸਾਡੇ ਚੈਨਲ ਮਾਲਾ ਮਣਕੇ ਉੱਤੇ। ਕਿਤਾਬ ਰਾਹ ਰਸਤੇ, ਲੇਖਕ ਨਰਿੰਦਰ ਸਿੰਘ ਕਪੂਰ। ਲੇਖ ਦਾ ਨਾਮ ਨਜਾਇਜ਼ ਰਿਸ਼ਤਿਆਂ ਦੀ ਵਿਆਕਰਣ। ਨਜਾਇਜ਼ ਰਿਸ਼ਤੇ ਪਾਲਣੇ ਉਵੇਂ ਹੀ ਹਨ ਜਿਵੇਂ ਕੋਈ ਆਪਣੇ ਘਰ ਨੂੰ ਅੱਗ ਲਾ ਕੇ ਕਿਸੇ ਹੋਰ ਦੇ ਘਰ ਰੌਸ਼ਨੀ ਕਰ ਰਿਹਾ ਹੋਵੇ, ਜਾਂ ਕੋਈ ਆਪਣਿਆਂ ਨੂੰ ਪਿਆਸੇ ਰੱਖ ਕੇ ਕਿਸੇ ਹੋਰ ਲਈ ਛਬੀਲ ਲਾ ਰਿਹਾ ਹੋਵੇ, ਜਾਂ ਕੋਈ ਪੀਂਘ ਆਪਣੇ ਵਿਹੜੇ 'ਚ ਪਾਵੇ ਅਤੇ ਹੁਲਾਰਾ ਕਿਸੇ ਹੋਰ ਪੀਂਘ ਨੂੰ ਦੇਵੇ। ਜਿਵੇਂ ਅਸਲੀ ਸਿੱਕਿਆਂ ਤੋਂ ਬਿਨਾਂ ਖੋਟੇ ਸਿੱਕੇ ਨਹੀਂ ਚੱਲ ਸਕਦੇ, ਉਵੇਂ ਹੀ ਨਜਾਇਜ਼ ਰਿਸ਼ਤੇ ਜਾਇਜ਼ ਰਿਸ਼ਤਿਆਂ ਦੀ ਆੜ 'ਚ ਹੀ ਪਲਦੇ ਹਨ। ਸਾਂਝੀ ਟੱਬਰਦਾਰੀ ਦੇ ਟੁੱਟਣ ਨਾਲ ਰਿਸ਼ਤਿਆਂ ਸੰਬੰਧੀ ਨਿਗਰਾਨੀ ਘਟ ਗਈ ਹੈ ਅਤੇ ਲਾਪਰਵਾਹੀ ਅਤੇ ਗੈਰ ਜ਼ਿੰਮੇਵਾਰੀ ਵੱਧ ਗਈ ਹੈ। ਛੋਟੀਆਂ ਥਾਵਾਂ ਤੇ ਸਾਰੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਹਨ, ਸੋ ਨਜਾਇਜ਼ ਰਿਸ਼ਤੇ ਦੇ ਉਸਰਨ ਦੀਆਂ ਬਹੁਤੀਆਂ ਸੰਭਾਵਨਾਵਾਂ ਨਹੀਂ ਹੁੰਦੀਆਂ। ਅਜਿਹੀਆਂ ਥਾਵਾਂ ਤੇ ਬਹੁਤੇ ਨਜਾਇਜ਼ ਰਿਸ਼ਤੇ ਸਾਂਝੇ ਘਰ ਦੇ ਜੀਆਂ ਵਿਚਕਾਰ ਅਤੇ ਘਰਾਂ ਦੇ ਅੰਦਰ ਹੀ ਉਸਰਦੇ ਹਨ। ਹੁਣ ਜੀਵਨ ਦਾ ਸ਼ਹਿਰੀਕਰਨ ਹੋਣ ਕਾਰਨ ਪਿੰਡ ਕਸਬੇ ਅਤੇ ਕਸਬੇ ਸ਼ਹਿਰ ਬਣ ਗਏ ਹਨ, ਸੋ ਨਜਾਇਜ਼ ਰਿਸ਼ਤੇ ਪਾਲਣ ਲਈ ਸ਼ਹਿਰਾਂ 'ਚ ਸਾਰੀਆਂ ਸਹੂਲਤਾਂ ਸਹਿਜੇ ਹੀ ਪ੍ਰਾਪਤ ਹੋ ਜਾਂਦੀਆਂ ਹਨ। ਅਜੋਕਾ ਮਨੁੱਖ ਹੁਣ ਜੀਵਨ ਦੀਆਂ ਸਾਦੀਆਂ, ਸਿੱਧੀਆਂ ਅਤੇ ਸਧਾਰਨ ਖੁਸ਼ੀਆਂ ਅਤੇ ਤਸੱਲੀਆਂ ਨਾਲ ਪ੍ਰਸੰਨ ਨਹੀਂ ਹੁੰਦਾ। ਹੁਣ ਲੋਕ ਘਰ ਦੀ ਸਾਦੀ ਪਰ ਸਦ-ਬਹਾਰੀ ਦਾਲ ਰੋਟੀ ਨਾਲ ਸੰਤੁਸ਼ਟ ਨਹੀਂ ਹੁੰਦੇ। ਉਹਨਾਂ ਨੂੰ ਬਾਹਰ ਮਸਾਲੇਦਾਰ ਚਾਟ ਖਾਣ ਅਤੇ ਨਿੱਤ ਨਵੇਂ ਪਕਵਾਨ ਪਰਖਣ ਦੀ ਆਦਤ ਪੈ ਗਈ ਹੈ ਅਤੇ ਪੈ ਰਹੀ ਹੈ। ਸੰਚਾਰ ਅਤੇ ਆਵਾਜਾਈ ਦੇ ਨਵੇਂ ਸਾਧਨ ਨਜਾਇਜ਼ ਰਿਸ਼ਤਿਆਂ ਦੇ ਉਸਰਨ 'ਚ ਸਹਾਈ ਹੋ ਰਹੇ ਹਨ। ਭਾਰਤ ਜਿਹੇ ਦੇਸ਼ 'ਚ ਪ੍ਰੇਮੀ ਜਾਂ ਪ੍ਰੇਮਿਕਾ ਨੂੰ ਖੁੱਲ੍ਹਮ-ਖੁੱਲ੍ਹਾ ਪਿਆਰ ਕਰਨਾ ਸੌਖਾ ਨਹੀਂ। ਪ੍ਰੇਮ ਹੋ ਜਾਣ ਦੀ ਸਥਿਤੀ 'ਚ ਸ਼ਬਦਾਂ ਨਾਲੋਂ ਸੰਕੇਤ ਵਧੇਰੇ ਮਹੱਤਵਪੂਰਨ ਹੋ ਜਾਂਦੇ ਹਨ। ਹੁਣ ਜਦੋਂ ਪੁਰਸ਼ਾਂ ਅਤੇ ਇਸਤਰੀਆਂ ਦੋਵਾਂ ਦਾ ਘਰੋਂ ਬਾਹਰ ਰਹਿਣ ਦਾ ਸਮਾਂ ਵੱਧ ਰਿਹਾ ਹੈ, ਉਹਨਾਂ ਦੇ ਆਪਸ 'ਚ ਬਾਹਰ ਮਿਲਣ ਦੀਆਂ ਸੰਭਾਵਨਾਵਾਂ ਅਤੇ ਅਵਸਰ ਵੀ ਵੱਧ ਰਹੇ ਹਨ। ਅਜੋਕੇ ਮਨੁੱਖ ਕੋਲ ਸਾਧਨ ਹੀ ਨਹੀਂ ਵੱਧ ਗਏ, ਉਸ ਕੋਲ ਸਭ ਕੁਝ ਵਿਉਂਤਣ ਦੀ ਯੋਗਤਾ ਵੀ ਵੱਧ ਗਈ ਹੈ। ਇਸ ਬਦਲੀ ਹੋਈ ਹਾਲਤ ਦਾ ਹੀ ਨਤੀਜਾ ਹੈ ਕਿ ਹੁਣ ਹਰ ਕੋਈ ਕਿਸੇ ਹੋਰ ਨੂੰ ਉਡੀਕ ਰਿਹਾ ਹੈ। ਟਿੱਬੇ ਟੋਇਆਂ ਨੂੰ ਅਤੇ ਟੋਏ ਟਿੱਬਿਆਂ ਨੂੰ ਲੱਭ ਰਹੇ ਹਨ। ਇਸ ਸੰਸਾਰ 'ਚ ਕਿਸੇ ਨੂੰ ਕਦੇ ਵੀ ਸੰਪੂਰਨ ਜਹਾਨ ਨਹੀਂ ਮਿਲਦਾ। ਕਈਆਂ ਨੂੰ ਤੀਰ ਮਿਲ ਜਾਂਦਾ ਹੈ, ਕਮਾਨ ਨਹੀਂ ਮਿਲਦੀ, ਜ਼ਮੀਨ ਮਿਲ ਜਾਂਦੀ ਹੈ, ਅਸਮਾਨ ਨਹੀਂ ਮਿਲਦਾ। ਇਸਤਰੀ ਚਾਹੁੰਦੀ ਹੈ ਕਿ ਉਸ ਦੇ ਗੁਣਾਂ ਦੀ ਕਦਰ ਹੋਵੇ, ਪਰ ਲੋਕ ਉਸ ਦੇ ਸਰੀਰ ਤੋਂ ਅੱਗੇ ਵੇਖਦੇ ਹੀ ਨਹੀਂ। ਇਸਤਰੀ ਲਈ ਬੇਜੋੜ ਵਿਆਹ ਦਾ ਸੰਤਾਪ ਉਹ ਜਿਹਾ ਹੀ ਹੁੰਦਾ ਹੈ ਜਿਹੋ ਜਿਹਾ ਸੰਤਾਪ ਪੁਰਸ਼ ਨੂੰ ਆਪਣੀ ਕੱਚੀ ਨੌਕਰੀ 'ਚ ਹੰਡਾਉਣਾ ਪੈਂਦਾ ਹੈ। ਨਜਾਇਜ਼ ਰਿਸ਼ਤੇ ਵਾਸਤਵ 'ਚ ਰਹਿ ਗਈਆਂ ਘਾਟਾਂ ਨੂੰ ਪੂਰਨ ਦਾ ਹੀ ਇੱਕ ਪ੍ਰਕਾਰ ਦਾ ਉਪਰਾਲਾ ਹੁੰਦੇ ਹਨ, ਜਿਨ੍ਹਾਂ ਰਾਹੀਂ ਹਾਰ ਨੂੰ ਜਿੱਤ ਅਤੇ ਅਸਫਲਤਾ ਨੂੰ ਪ੍ਰਾਪਤੀ 'ਚ ਉਲਥਾਉਣ ਦਾ ਯਤਨ ਕੀਤਾ ਜਾਂਦਾ ਹੈ। ਇਹ ਯਤਨ ਇੱਕ ਯਤਨ ਹੀ ਰਹਿੰਦਾ ਹੈ, ਕਿਉਂਕਿ ਅਜਿਹੇ ਯਤਨ 'ਚ ਕਿਆਸੀ ਹੋਈ ਤਸੱਲੀ ਨਹੀਂ ਮਿਲਦੀ। ਨਜਾਇਜ਼ ਰਿਸ਼ਤੇ ਦੇ ਮੁੱਢ 'ਚ ਇਸਤਰੀ ਅਤੇ ਪੁਰਸ਼ ਦੋਹਾਂ 'ਚ ਜਿੱਤ ਦੀ ਭਾਵਨਾ ਜਾਗਦੀ ਹੈ, ਹਉਮੈ ਪ੍ਰਫੁੱਲਤ ਹੁੰਦੀ ਹੈ ਅਤੇ ਵੱਡੀ ਪ੍ਰਾਪਤੀ ਅਤੇ ਸਫਲਤਾ ਦਾ ਭਰਮ ਉਪਜਦਾ ਹੈ, ਜਿਹੜਾ ਸਮੇਂ ਦੇ ਬੀਤਣ ਨਾਲ ਸੁੰਗੜਦਾ ਹੀ ਨਹੀਂ ਸਗੋਂ ਫਿੱਕਾ ਵੀ ਪੈ ਜਾਂਦਾ ਹੈ। ਨਜਾਇਜ਼ ਰਿਸ਼ਤੇ ਮਾਣ ਕਰਨ ਯੋਗ ਅਤੇ ਹੰਢਣਸਾਰ ਨਹੀਂ ਹੁੰਦੇ। ਜਿਹੜੇ ਇਸਤਰੀਆਂ ਅਤੇ ਪੁਰਸ਼ ਵਿਆਹ ਤੋਂ ਪਹਿਲਾਂ ਪਰਿਵਾਰ ਨਾਲ ਧੋਖਾ ਕਰਦੇ ਹਨ, ਉਹ ਵਿਆਹ ਉਪਰੰਤ ਵੀ ਧੋਖੇ ਵਾਲੀ ਹੀ ਵਿਧੀ ਅਪਣਾਉਂਦੇ ਹਨ। ਜਿਨ੍ਹਾਂ ਨੂੰ ਛੋਟੀ ਉਮਰ ਵਿੱਚ ਹੀ ਚਲਾਕੀਆਂ, ਚੁਸਤੀਆਂ ਅਤੇ ਹੇਰਾਫੇਰੀ ਦੀਆਂ ਆਦਤਾਂ ਪੈ ਜਾਂਦੀਆਂ ਹਨ, ਵਿਆਹ ਉਪਰੰਤ ਉਹਨਾਂ ਦੀਆਂ ਅਜਿਹੀਆਂ ਆਦਤਾਂ ਹੋਰ ਨਵੇਂ ਰੂਪ ਧਾਰ ਲੈਂਦੀਆਂ ਹਨ। ਧੋਖੇਬਾਜ਼ ਦਾ ਵਿਹਾਰ ਉਹਨਾਂ ਪ੍ਰਤੀ ਵੀ ਧੋਖੇ ਵਾਲਾ ਹੁੰਦਾ ਹੈ ਜਿਨ੍ਹਾਂ ਪ੍ਰਤੀ ਵਫਾਦਾਰੀ ਦੀ ਉਸ ਤੋਂ ਸਭ ਤੋਂ ਵੱਧ ਆਸ ਕੀਤੀ ਜਾਂਦੀ ਹੈ। ਜਿਵੇਂ ਨਸ਼ਿਆਂ ਤੋਂ ਥੋੜੇ ਹੋਏ ਇੱਕ ਪੁੱਤਰ ਨੇ ਆਪਣੀ ਮਾਂ ਨੂੰ ਕਿਹਾ ਕਿ ਉਸ ਦੇ ਕਾਂਟੇ ਮੈਲੇ ਲੱਗਦੇ ਹਨ, ਉਹ ਲਾਹ ਦੇਵੇ ਤਾਂ ਜੋ ਉਹ ਧੋ ਦੇਵੇ। ਧੋਣ ਦੇ ਪੱਜ ਉਸ ਨੇ ਕੈਂਚੀ ਨਾਲ ਥੋੜਾ ਜਿਹਾ ਸੋਨਾ ਲਾ ਲਿਆ। ਨਜਾਇਜ਼ ਰਿਸ਼ਤਿਆਂ ਵਿੱਚ ਵੀ ਇਵੇਂ ਹੀ ਵਾਪਰਦਾ ਹੈ। ਜੇ ਕਿਸੇ ਦੀ ਕਲਪਨਾ ਕੁਰਾਹੇ ਪਈ ਹੋਈ ਹੈ ਤਾਂ ਉਸ ਦੀ ਸੋਚਣੀ ਵੀ ਦਿਸ਼ਾਹੀਣ ਅਤੇ ਆਪਣੀ ਚੂਲ ਤੋਂ ਉਖੜੀ ਹੋਈ ਹੋਵੇਗੀ। ਆਪਣੀ ਸੋਚਣੀ ਨੂੰ ਟਿਕਾਣੇ ਰੱਖਣ ਲਈ ਨਾ ਕੇਵਲ ਉੱਚੇ ਆਦਰਸ਼ਾਂ ਅਤੇ ਉਦੇਸ਼ਾਂ ਦੀ ਲੋੜ ਹੁੰਦੀ ਹੈ, ਸਗੋਂ ਆਪਣੀ ਮੈਂ ਨੂੰ ਵੀ ਕਾਬੂ ਵਿੱਚ ਰੱਖਣਾ ਹੁੰਦਾ ਹੈ। ਜਿਹੋ ਜਿਹੇ ਸਾਡੇ ਵਿਚਾਰ ਹੁੰਦੇ ਹਨ, ਉਹੋ ਜਿਹੀ ਸਾਡੀ ਮੈਂ ਹੁੰਦੀ ਹੈ। ਜਿਹੋ ਜਿਹੀ ਸਾਡੀ ਮੈਂ ਹੁੰਦੀ ਹੈ, ਉਹੋ ਜਿਹਾ ਸਾਡਾ ਸੰਸਾਰ ਹੁੰਦਾ ਹੈ। ਜੇ ਮਨ ਚਿੱਤ ਟਿਕਾਣੇ ਨਾ ਹੋਵੇ ਤਾਂ ਚੰਨ ਤਾਰੇ ਵੀ ਇੰਜ ਦਿਸਦੇ ਹਨ ਜਿਵੇਂ ਘਬਰਾਏ ਹੋਏ ਇੱਧਰ ਉੱਧਰ ਦੌੜ ਰਹੇ ਹੋਣ। ਆਪਣੀ ਸੋਚ ਨੂੰ ਟਿਕਾਣੇ ਰੱਖੇ ਬਿਨਾਂ ਰਿਸ਼ਤਿਆਂ ਵਿੱਚ ਨਿੱਘ ਨਹੀਂ ਉਪਜਾਇਆ ਜਾ ਸਕਦਾ। ਨਜਾਇਜ਼ ਰਿਸ਼ਤੇ ਸਰੀਰਾਂ ਦੀ ਠੰਡੀ ਸੰਗਮਰਮਰ ਵਿੱਚ ਨਿੱਘ ਉਪਜਾਉਣ ਦਾ ਵਿਅਰਥ ਉਪਰਾਲਾ ਹੁੰਦੇ ਹਨ। ਹਰ ਸਮਾਜ ਵਿੱਚ ਨਜਾਇਜ਼ ਰਿਸ਼ਤੇ ਇੱਕ ਸਰੀਰ ਵੱਲੋਂ ਦੂਜੇ ਸਰੀਰ ਦੀ ਸਰੀਰਕ ਸੇਵਾ ਤੋਂ ਅੱਗੇ ਨਹੀਂ ਜਾਂਦੇ। ਇਹਨਾਂ ਰਿਸ਼ਤਿਆਂ ਦਾ ਕੋਈ ਨਾਮ ਨਹੀਂ ਹੁੰਦਾ।
ਅਸੀਂ ਘਰ ਵਿੱਚ ਹੀ ਭੋਜਨ ਨੂੰ ਸਹਿਜ ਨਾਲ ਖਾਂਦੇ ਹਾਂ। ਘਰ ਤੋਂ ਬਾਹਰ ਕਿਧਰੇ ਵੀ ਭੋਜਨ ਖਾਣ ਸਮੇਂ ਅਸੀਂ ਤੇਜ਼ੀ ਨਾਲ ਅਤੇ ਕਾਹਲੀ ਨਾਲ ਖਾਂਦੇ ਹਾਂ। ਇਵੇਂ ਹੀ ਨਾਜਾਇਜ਼ ਰਿਸ਼ਤਿਆਂ ਨਾਲ ਵਾਪਰਦਾ ਹੈ। ਇਹਨਾਂ ਰਿਸ਼ਤਿਆਂ ਦੀ ਤੋਰ ਸਹਿਜ ਨਹੀਂ ਹੁੰਦੀ। ਦੋਵੇਂ ਧਿਰਾਂ ਇੱਕ ਦੂਜੇ ਨੂੰ ਲੁੱਟਣ ਦੀ ਕਾਹਲ ਵਿੱਚ ਅਤੇ ਜਿੱਤਣ ਦੇ ਭਰਮ ਵਿੱਚ ਹਾਰਦੀਆਂ ਜਾਂਦੀਆਂ ਹਨ। ਵੇਖਿਆ ਗਿਆ ਹੈ ਕਿ ਨਾਜਾਇਜ਼ ਰਿਸ਼ਤਿਆਂ ਦੀ ਸ਼ਿੱਦਤ ਦਾ ਕਾਰਜਕਾਲ 6 ਮਹੀਨਿਆਂ ਤੋਂ ਵੱਧ ਨਹੀਂ ਹੁੰਦਾ। ਇਸ ਉਪਰੰਤ ਰਿਸ਼ਤਿਆਂ ਨੂੰ ਜੀਵਿਆ ਨਹੀਂ ਜਾਂਦਾ, ਵਾਧੂ ਬੋਝ ਵਾਂਗ ਢੋਇਆ ਜਾਂਦਾ ਹੈ ਅਤੇ ਉਤਸ਼ਾਹ ਦੀ ਥਾਂ ਅਕੇਵਾਂ ਪਸਰਨ ਲੱਗ ਪੈਂਦਾ ਹੈ। ਪ੍ਰਸ਼ਨ ਉੱਠਦਾ ਹੈ ਕਿ ਨਾਜਾਇਜ਼ ਰਿਸ਼ਤੇ ਉਸਰਦੇ ਕਿਉਂ ਹਨ? ਕਈ ਉੱਤਰ ਦਿੱਤੇ ਜਾ ਸਕਦੇ ਹਨ, ਪਰ ਬੁਨਿਆਦੀ ਕਾਰਨ ਇਹ ਹੈ ਕਿ ਸਮਾਜ ਦੀ ਉਸਾਰੀ ਮਨੁੱਖ ਦੇ ਖੁੱਲ੍ਹੇ ਵਿਹਾਰ ਤੇ ਰੋਕਾਂ ਲਾ ਕੇ ਕੀਤੀ ਗਈ ਹੈ। ਰੋਕਾਂ ਕਾਰਨ ਮਨੁੱਖ ਵਿੱਚੋਂ ਬਾਗੀ ਰੁਚੀ ਪੂਰੀ ਤਰ੍ਹਾਂ ਖਾਰਜ ਨਹੀਂ ਹੁੰਦੀ। ਸਮਾਜਿਕ ਨਿਯਮਾਂ ਨੂੰ ਉਲੰਘ ਕੇ ਜਾਂ ਨਸ਼ਿਆਂ ਦਾ ਰਾਹ ਅਪਣਾ ਕੇ ਮਨੁੱਖ ਸਮਾਜ ਦੇ ਉਸਰਨ ਤੋਂ ਪਹਿਲਾਂ ਦੇ ਬੰਧਨ ਮੁਕਤ ਵਾਤਾਵਰਣ ਵਿੱਚ ਵਿਚਰਨਾ ਚਾਹੁੰਦਾ ਹੈ। ਇਹ ਹਰ ਸਮਾਜ ਦੇ ਮਨੁੱਖ ਦੀ ਸਦੀਵੀ ਸਮੱਸਿਆ ਹੈ। ਜਿਉਂ-ਜਿਉਂ ਮਨੁੱਖ ਦੇ ਦਿਮਾਗ ਦਾ ਵਿਕਾਸ ਹੁੰਦਾ ਗਿਆ ਹੈ, ਤਿਉਂ-ਤਿਉਂ ਕੰਮ ਕਿੱਤੇ ਵੀ ਬਦਲਦੇ ਗਏ ਹਨ ਅਤੇ ਮਨੁੱਖ ਦੇ ਬਾਗੀ ਵਿਹਾਰ ਦੇ ਪ੍ਰਗਟਾਵੇ ਵੀ ਬਦਲਦੇ ਗਏ ਹਨ। ਕਿਉਂਕਿ ਸਮਾਜ ਦੀਆਂ ਸਭ ਤੋਂ ਵਧੇਰੇ ਅਤੇ ਸਭ ਤੋਂ ਵੱਧ ਕਰੜੀਆਂ ਰੋਕਾਂ ਉਸ ਦੇ ਸੰਭੋਗੀ ਸਬੰਧਾਂ ਬਾਰੇ ਹਨ। ਸੋ ਮਨੁੱਖ ਦੇ ਇਸ ਖੇਤਰ ਵਿਚਲੇ ਵਿਹਾਰ ਨੂੰ ਅਜੇ ਤੱਕ ਪੂਰੀ ਤਰ੍ਹਾਂ ਨਿਯੰਤਰਣ ਵਿੱਚ ਨਹੀਂ ਲਿਆਂਦਾ ਜਾ ਸਕਿਆ। ਲੰਮਾ ਅਰਸਾ ਮਨੁੱਖ ਭੁੱਖ ਦੀ ਸਮੱਸਿਆ ਨਾਲ ਜੂਝਦਾ ਰਿਹਾ ਹੈ ਅਤੇ ਇਹ ਸਮੱਸਿਆ ਮਨੁੱਖ ਨੇ ਲਗਭਗ ਹੱਲ ਕਰ ਲਈ ਹੈ। ਹੁਣ ਮਨੁੱਖ ਨੂੰ ਭੁੱਖ ਨਾਲ ਮਰਨ ਦਾ ਡਰ ਨਹੀਂ ਰਿਹਾ, ਸੋ ਉਸ ਵਿੱਚ ਕਾਮ ਦੀਆਂ ਨਵੀਆਂ ਭੁੱਖਾਂ ਜਾਗ ਪਈਆਂ ਹਨ। ਜਦੋਂ ਮਨੁੱਖ ਵਿੱਚ ਭੁੱਖ ਅਤੇ ਕਾਮ ਦੋਵੇਂ ਸ਼ਾਂਤ ਹੋ ਜਾਂਦੇ ਹਨ ਤਾਂ ਪ੍ਰਸਿੱਧੀ ਅਤੇ ਪ੍ਰਸ਼ੰਸਾ ਦੀਆਂ ਭੁੱਖਾਂ ਜਾਗ ਪੈਂਦੀਆਂ ਹਨ। ਪ੍ਰਸ਼ੰਸਾ ਦੀ ਭੁੱਖ ਸ਼ਾਂਤ ਹੋਣ ਉਪਰੰਤ ਰਾਜਨੀਤਿਕ ਸ਼ਕਤੀ ਅਤੇ ਮਾਨਤਾ ਦੀ ਭੁੱਖ ਜਾਗ ਪੈਂਦੀ ਹੈ। ਮਨੁੱਖ ਦਾ ਇਹ ਦੁਰਭਾਗ ਹੈ ਕਿ ਆਤਮਿਕ ਅਨੁਭਵ ਉਸ ਨੂੰ ਖਿੱਚ ਨਹੀਂ ਪਾ ਰਿਹਾ। ਇਸ ਅਨੁਭਵ ਵਿੱਚ ਸਭ ਪ੍ਰਕਾਰ ਦੀਆਂ ਭੁੱਖਾਂ ਲੋਪ ਹੋ ਜਾਂਦੀਆਂ ਹਨ। ਇੱਕ ਦੁਰਭਾਗ ਇਹ ਵੀ ਹੈ ਕਿ ਅਜੋਕਾ ਮਨੁੱਖ ਆਤਮਿਕ ਚੋਲੇ ਦਾ ਪਖੰਡ ਰਚ ਕੇ ਵਾਸਤਵ ਵਿੱਚ ਭੋਜਨ, ਕਾਮ ਅਤੇ ਪ੍ਰਸ਼ੰਸਾ ਦੀ ਭੁੱਖ ਵਿੱਚ ਉਲਝਿਆ ਹੋਇਆ ਹੈ। ਜਿਨ੍ਹਾਂ ਨੇ ਦੂਜਿਆਂ ਲਈ ਉਦਾਹਰਨ ਬਣਨਾ ਸੀ, ਉਹ ਆਪ ਸਭ ਤੋਂ ਵੱਧ ਗੋਤੇ ਖਾ ਰਹੇ ਹਨ। ਹਰ ਪੀੜ੍ਹੀ ਦੇ ਨੈਤਿਕ ਅਸੂਲ ਹੀ ਵੱਖਰੇ ਨਹੀਂ ਹੁੰਦੇ। ਹਰ ਪੀੜ੍ਹੀ ਦਾ ਨੈਤਿਕਤਾ ਪ੍ਰਤੀ ਦ੍ਰਿਸ਼ਟੀਕੋਣ ਵੀ ਵੱਖਰਾ ਹੁੰਦਾ ਹੈ। ਇੱਕ ਪੀੜ੍ਹੀ ਦੀ ਅਸ਼ਲੀਲਤਾ ਅਗਲੇਰੀ ਪੀੜ੍ਹੀ ਲਈ ਪ੍ਰਵਾਨਿਤ ਅਤੇ ਪ੍ਰਚਲਿਤ ਫੈਸ਼ਨ ਬਣ ਜਾਂਦੀ ਹੈ। ਸਮਾਜ ਅਤੇ ਖੇਤਰ ਕੋਈ ਹੋਵੇ, ਗਲਤ ਰਾਹਾਂ ਤੋਂ ਲੰਘ ਕੇ ਕਦੇ ਵੀ ਸਹੀ ਮੰਜ਼ਿਲ ਤੇ ਨਹੀਂ ਪਹੁੰਚਿਆ ਜਾ ਸਕਦਾ। ਕਿਸੇ ਫੌਜ ਦੀ ਸ਼ਕਤੀ ਲੜਾਈ ਜਿੱਤਣ ਵਿੱਚ ਨਹੀਂ ਹੁੰਦੀ, ਸਗੋਂ ਸ਼ਾਂਤੀ ਬਣਾਈ ਰੱਖਣ ਵਿੱਚ ਹੁੰਦੀ ਹੈ। ਪਤੀ ਪਤਨੀ ਦੀ ਸ਼ਕਤੀ ਨਵੇਂ ਰਿਸ਼ਤੇ ਉਸਾਰਨ ਵਿੱਚ ਨਹੀਂ ਹੁੰਦੀ, ਸਗੋਂ ਆਪਸੀ ਰਿਸ਼ਤੇ ਨੂੰ ਹੋਰ ਡੂੰਘਾ ਅਤੇ ਵਿਸ਼ਾਲ ਕਰਨ ਵਿੱਚ ਹੁੰਦੀ ਹੈ। ਸੁੱਖ ਤਾਂ ਸਾਨੂੰ ਉਦੋਂ ਮਿਲਦਾ ਹੈ ਜਦੋਂ ਸਾਨੂੰ ਸਮਝਣ ਵਾਲਾ ਕੋਈ ਮਿਲ ਜਾਂਦਾ ਹੈ, ਜਿਸ ਦੀ ਹਾਜ਼ਰੀ ਵਿੱਚ ਅਸੀਂ ਆਪਣੇ ਆਪ ਨੂੰ ਆਜ਼ਾਦ ਸਮਝਦੇ ਹਾਂ। ਆਜ਼ਾਦੀ ਦੀਆਂ ਕੁਝ ਪਾਬੰਦੀਆਂ ਹੁੰਦੀਆਂ ਹਨ। ਜਿਹੜੇ ਇਹਨਾਂ ਪਾਬੰਦੀਆਂ ਨੂੰ ਅਪਣਾ ਲੈਂਦੇ ਹਨ, ਸਹੀ ਅਰਥਾਂ ਵਿੱਚ ਉਹੀ ਆਜ਼ਾਦ ਹੁੰਦੇ ਹਨ। ਸਾਡਾ ਸਮਾਜ ਹੁਣ ਵਿਆਹ ਤੋਂ ਪਹਿਲਾਂ ਅਣਵਿਆਹੀਆਂ ਦੋਵੇਂ ਧਿਰਾਂ ਦੇ ਸਬੰਧਾਂ ਨੂੰ ਕਿਸੇ ਹੱਦ ਤੱਕ ਸਵੀਕਾਰ ਕਰਨ ਲੱਗ ਪਿਆ ਹੈ, ਪਰ ਵਿਆਹ ਉਪਰੰਤ ਵਿਆਹ ਤੋਂ ਬਾਹਰੇ ਸਬੰਧ ਭਾਵੇਂ ਪ੍ਰਚਲਿਤ ਹੋ ਗਏ ਹਨ, ਪਰ ਇਹਨਾਂ ਦੀ ਪ੍ਰਵਾਨਗੀ ਅਜੇ ਪ੍ਰਚਲਿਤ ਨਹੀਂ ਹੋਈ। ਕੋਈ ਸਬੰਧ ਨਾਜਾਇਜ਼ ਬਣਦਾ ਹੀ ਤਾਂ ਹੈ ਜੇ ਉਸ ਦੇ ਸਮਾਨਾਂਤਰ ਜਾਇਜ਼ ਸਬੰਧ ਵੀ ਕਿਸੇ ਨਾਲ ਪ੍ਰਤੱਖ ਹੋਵੇ। ਨਾਜਾਇਜ਼ ਸਬੰਧਾਂ ਦੀ ਪ੍ਰਵਾਨਗੀ ਨਾ ਮਿਲਣ ਦਾ ਕਾਰਨ ਇਹ ਹੈ ਕਿ ਅਜਿਹੇ ਸਬੰਧ ਜਾਇਜ਼ ਸਬੰਧਾਂ ਲਈ ਖਤਰਾ ਅਤੇ ਸੰਕਟ ਉਪਜਾਉਂਦੇ ਹਨ ਅਤੇ ਅਕਸਰ ਤਲਾਕ ਦੇ ਮੁਕੱਦਮੇ ਦਾ ਰੂਪ ਧਾਰ ਲੈਂਦੇ ਹਨ। ਨਾਜਾਇਜ਼ ਸਬੰਧਾਂ ਦਾ ਇੱਕ ਪੱਖ ਇਹ ਵੀ ਹੈ ਕਿ ਇਹ ਪਤੀ ਪਤਨੀ ਦੇ ਜਾਇਜ਼ ਸਬੰਧਾਂ ਦੇ ਵਿਪਰੀਤ ਜ਼ਿੰਮੇਵਾਰੀ ਦੀ ਭਾਵਨਾ ਤੋਂ ਮੁਕਤ ਹੁੰਦੇ ਹਨ। ਸਮਾਜ ਵਿੱਚ ਵੇਸਵਾ ਪੁਣੇ ਦੀ ਨਿੰਦਾ ਵੀ ਇਸੇ ਆਧਾਰ ਤੇ ਹੁੰਦੀ ਹੈ ਕਿ ਵੇਸਵਾ ਪੁਣੇ ਵਿੱਚ ਸੰਭੋਗਾਂ ਦਾ ਉਦੇਸ਼ ਸੰਤਾਨ ਪ੍ਰਾਪਤੀ ਨਹੀਂ ਹੁੰਦਾ ਅਤੇ ਨਾ ਹੀ ਇਹ ਰਿਸ਼ਤਾ ਜ਼ਿੰਮੇਵਾਰੀ ਦੀ ਭਾਵਨਾ ਤੋਂ ਪ੍ਰੇਰਿਤ ਹੁੰਦਾ ਹੈ। ਨਾਜਾਇਜ਼ ਸਬੰਧਾਂ ਦੀ ਨਿੰਦਾ ਵੀ ਇਸੇ ਆਧਾਰ ਤੇ ਹੁੰਦੀ ਹੈ ਕਿਉਂਕਿ ਇਹ ਜਾਇਜ਼ ਸਬੰਧਾਂ ਲਈ ਨਾ ਕੇਵਲ ਸੰਕਟ ਉਸਾਰਦੇ ਹਨ, ਸਗੋਂ ਜਾਇਜ਼ ਸਬੰਧਾਂ ਦੇ ਮਹੱਤਵ ਨੂੰ ਵੀ ਘਟਾਉਂਦੇ ਹਨ। ਵੇਖਿਆ ਗਿਆ ਹੈ ਕਿ ਜਿਵੇਂ-ਜਿਵੇਂ ਨਾਜਾਇਜ਼ ਸਬੰਧ ਉਸਰਦੇ ਹਨ, ਤਿਉਂ-ਤਿਉਂ ਉਹਨਾਂ ਵਿੱਚ ਅਤੇ ਉਹਨਾਂ ਕਾਰਨ ਭੈੜੇ ਅਤੇ ਅਪ੍ਰਵਾਨਿਤ ਵਿਹਾਰ ਦੀਆਂ ਨਵੀਆਂ ਵੰਨਗੀਆਂ ਵੀ ਉੱਭਰਦੀਆਂ ਹਨ। ਨਾਜਾਇਜ਼ ਸਬੰਧ ਨਾਜਾਇਜ਼ ਬਣਦੇ ਹੀ ਤਾਂ ਹਨ ਜੇ ਆਮ ਕਰਕੇ ਦੋਵੇਂ ਅਤੇ ਘੱਟੋ-ਘੱਟ ਇੱਕ ਧਿਰ ਵਿਆਹੀ ਹੋਈ ਹੋਵੇ। ਨਾਜਾਇਜ਼ ਸਬੰਧ ਉਸਰਨ ਦੀ ਸਥਿਤੀ ਵਿੱਚ ਇੱਕ ਇਸਤਰੀ ਦੇ ਨਾਜਾਇਜ਼ ਸਬੰਧ ਕਿਸੇ ਇੱਕ ਪੁਰਸ਼ ਤੱਕ ਜਾਂ ਕਿਸੇ ਪੁਰਸ਼ ਦੇ ਨਾਜਾਇਜ਼ ਸਬੰਧ ਕਿਸੇ ਇੱਕ ਇਸਤਰੀ ਤੱਕ ਸੀਮਤ ਨਹੀਂ ਰਹਿੰਦੇ। ਇਹਨਾਂ ਦਾ ਇੱਕ ਸਿਲਸਿਲਾ ਚੱਲ ਪੈਂਦਾ ਹੈ ਅਤੇ ਨਸ਼ੇ ਕਰਨ ਜਾਂ ਜੂਆ ਖੇਡਣ ਜਾਂ ਦੂਜਿਆਂ ਨੂੰ ਠੱਗਣ ਜਿਹੀਆਂ ਭੈੜੀਆਂ ਆਦਤਾਂ ਨਾਲ ਰਲਦੀਆਂ ਜਾਂਦੀਆਂ ਹਨ ਅਤੇ ਸਥਿਤੀ ਅਜਿਹੀ ਬਣ ਜਾਂਦੀ ਹੈ ਕਿ ਅੱਗੇ ਤਾਂ ਜਾਇਆ ਜਾ ਸਕਦਾ ਹੈ ਪਰ ਪਿੱਛੇ ਮੁੜਨ ਦੇ ਸਾਰੇ ਰਾਹ ਬੰਦ ਹੋ ਜਾਂਦੇ ਹਨ।
ਜੇਕਰ ਨਾਜਾਇਜ਼ ਸਬੰਧ ਚੜ੍ਹਦੀ ਅਵਸਥਾ ਵਿੱਚ ਹੋਣ ਤਾਂ ਇਸਤਰੀ ਵੱਲੋਂ ਆਪਣੇ ਪ੍ਰੇਮੀ ਨਾਲ ਰਲ ਕੇ ਆਪਣੇ ਪਤੀ ਜਾਂ ਆਪਣੇ ਬੱਚਿਆਂ ਦਾ ਕਤਲ ਕਰਨ ਜਾਂ ਪੁਰਸ਼ ਵੱਲੋਂ ਆਪਣੀ ਪ੍ਰੇਮਿਕਾ ਨਾਲ ਰਲ ਕੇ ਆਪਣੀ ਪਤਨੀ ਨੂੰ ਮਾਰ ਦੇਣ ਦੀਆਂ ਵਾਰਦਾਤਾਂ ਵੀ ਵਾਪਰਦੀਆਂ ਹਨ। ਮੁਸ਼ਕਲ ਉਦੋਂ ਪੈਦਾ ਹੁੰਦੀ ਹੈ ਜਦੋਂ ਨਾਜਾਇਜ਼ ਸਬੰਧ ਉਸਰਨ ਉਪਰੰਤ ਇਸਤਰੀ ਜਾਂ ਪੁਰਸ਼ ਇੱਕ ਦੂਜੇ ਨੂੰ ਤਿਆਗ ਕੇ ਕਿਸੇ ਹੋਰ ਨਾਲ ਨਾਜਾਇਜ਼ ਰਿਸ਼ਤਾ ਉਸਾਰਨ ਦਾ ਯਤਨ ਕਰਦੇ ਹਨ। ਜੇ ਪ੍ਰੇਮਿਕਾ ਕਿਸੇ ਹੋਰ ਨਾਲ ਵਿਆਹ ਕਰਵਾ ਲਵੇ ਤਾਂ ਪ੍ਰੇਮੀ ਸਹਿ ਲੈਂਦਾ ਹੈ, ਪਰ ਜੇ ਉਹ ਕਿਸੇ ਹੋਰ ਨਾਲ ਪ੍ਰੇਮ ਸੰਬੰਧ ਉਸਾਰੇ ਤਾਂ ਪ੍ਰੇਮੀ ਸਹਿਣ ਨਹੀਂ ਕਰੇਗਾ। ਅਜਿਹੀ ਸਥਿਤੀ ਝਟਪਟ ਨਹੀਂ ਵਾਪਰਦੀ, ਪਰ ਜਦੋਂ ਵਾਪਰਦੀ ਹੈ ਤਾਂ ਅਸਹਿ ਹੋ ਜਾਂਦੀ ਹੈ ਅਤੇ ਹਾਰੀ ਹੋਈ ਧਿਰ ਨੇ ਜੀਵਨ ਵਿੱਚ ਜਿੰਨੀਆਂ ਗਾਲਾਂ ਸੁਣੀਆਂ ਹੁੰਦੀਆਂ ਹਨ ਉਹ ਸਾਰੀਆਂ ਕੱਢ ਦਿੱਤੀਆਂ ਜਾਂਦੀਆਂ ਹਨ। ਪੱਥਰ ਟੁੱਟਦਾ ਤਾਂ ਅਖੀਰਲੀ ਸੱਟ ਨਾਲ ਹੈ, ਪਰ ਅਖੀਰਲੀ ਸੱਟ ਤੋਂ ਮਾਰੀਆਂ ਪਹਿਲੀਆਂ ਸੱਟਾਂ ਬੇਕਾਰ ਨਹੀਂ ਜਾਂਦੀਆਂ। ਜਿੱਥੇ ਕਾਮਕ ਸ਼ਕਤੀ ਦਾ ਬੋਲਬਾਲਾ ਹੋਵੇ ਉੱਥੇ ਇਕਲਾਖੀ ਸੰਜਮ ਦੀ ਵਾਹ ਨਹੀਂ ਚੱਲਦੀ। ਅਜਿਹੀ ਸਥਿਤੀ ਵਿੱਚ ਪੁਰਸ਼ ਅਤੇ ਇਸਤਰੀ ਦੋਵੇਂ ਵੱਖਰਾ ਵੱਖਰਾ ਵਿਹਾਰ ਪ੍ਰਗਟਾਉਂਦੇ ਹਨ। ਪੁਰਸ਼ ਦੇ ਮੁਕਾਬਲੇ ਇਸਤਰੀ ਵਿੱਚ ਦੁਖੀ ਅਤੇ ਉਦਾਸ ਹੋਣ ਦੀ ਸ਼ਕਤੀ ਅਤੇ ਸਮਰੱਥਾ ਵਧੇਰੇ ਹੁੰਦੀ ਹੈ, ਪਰ ਇਸਤਰੀ ਕੋਲ ਪਛਤਾਵਾ ਕਰਨ ਦੀ ਸ਼ਕਤੀ ਪੁਰਸ਼ ਦੇ ਮੁਕਾਬਲੇ ਘੱਟ ਹੁੰਦੀ ਹੈ। ਮਾੜਾ ਕੰਮ ਕਰਕੇ ਪੁਰਸ਼ ਅਕਸਰ ਪਛਤਾਉਂਦਾ ਹੈ, ਜਦ ਕਿ ਇਸਤਰੀ ਅਕਸਰ ਦੁਖੀ ਹੁੰਦੀ ਹੈ। ਪੁਰਸ਼ ਬਦਲਾ ਲੈਣ ਬਾਰੇ ਅਤੇ ਇਸਤਰੀ ਆਤਮਘਾਤ ਕਰਨ ਬਾਰੇ ਸੋਚਣ ਲੱਗ ਪੈਂਦੀ ਹੈ। ਭਾਵੇਂ ਇਸਤਰੀਆਂ ਤੇ ਸਮਾਜਿਕ ਦਬਾਅ ਵਧੇਰੇ ਅਤੇ ਰੋਕਾਂ ਅਧਿਕ ਹੁੰਦੀਆਂ ਹਨ, ਪਰ ਉਹਨਾਂ ਵਿੱਚ ਪੁਰਸ਼ਾਂ ਦੇ ਮੁਕਾਬਲੇ ਗੁਪਤ ਅਤੇ ਲੁਕਵੇਂ ਵਿਹਾਰ ਦੀ ਯੋਗਤਾ ਵਧੇਰੇ ਹੁੰਦੀ ਹੈ। ਸਮੁੱਚੇ ਰੂਪ ਵਿੱਚ ਇਖਲਾਕ, ਇੱਜ਼ਤ ਅਤੇ ਅਣਖ ਦੇ ਪੱਖੋਂ ਇਸਤਰੀਆਂ ਦੇ ਮੁਕਾਬਲੇ ਪੁਰਸ਼ ਵਧੇਰੇ ਸੁਚੇਤ ਹੁੰਦੇ ਹਨ। ਇਸੇ ਕਾਰਨ ਕਰਕੇ ਪੁਰਸ਼ਾਂ ਦੇ ਪ੍ਰਤੀਕਰਮ ਵਧੇਰੇ ਸ਼ਕਤੀਸ਼ਾਲੀ, ਹਿੰਸਕ ਅਤੇ ਵਿਨਾਸ਼ਕਾਰੀ ਹੁੰਦੇ ਹਨ। ਸਾਡੇ ਸਮਾਜ ਵਿੱਚ ਕਾਮੀ ਅਵਾਰਾ ਇਸਤਰੀ ਅਤੇ ਗੈਰ ਜ਼ਿੰਮੇਵਾਰ ਸ਼ਰਾਬੀ ਪੁਰਸ਼ ਦਾ ਦਰਜਾ ਲਗਭਗ ਬਰਾਬਰ ਹੈ। ਜਦੋਂ ਕੋਈ ਇਸਤਰੀ ਅਚਾਨਕ ਆਪਣੀ ਉਮਰ ਤੋਂ ਘੱਟ ਉਮਰ ਵਾਲੇ ਕੱਪੜੇ ਪਾਉਣ ਲੱਗ ਪਵੇ ਅਤੇ ਪੁਰਸ਼ ਅਚਾਨਕ ਨਵੇਂ ਖਰਚੇ ਕਰਨ ਲੱਗ ਪਵੇ ਅਤੇ ਛੁਪੇ ਹੋਏ ਸੁਨੇਹਿਆਂ ਵਾਲੇ ਤੋਹਫੇ ਖਰੀਦਣ ਲੱਗ ਪਵੇ ਤਾਂ ਅਜਿਹੇ ਵਿਹਾਰ ਵਿੱਚੋਂ ਕਿਸੇ ਨਾਜਾਇਜ਼ ਰਿਸ਼ਤੇ ਦੇ ਉਸਰਨ ਦੇ ਸੰਕੇਤ ਮਿਲਣ ਲੱਗ ਪੈਂਦੇ ਹਨ। ਇਸਤਰੀਆਂ ਪੁਰਸ਼ਾਂ ਦੇ ਮੇਲ-ਜੋਲ ਦੀਆਂ ਸੰਭਾਵਨਾਵਾਂ ਵਧਣ ਕਰਕੇ ਨਾਜਾਇਜ਼ ਰਿਸ਼ਤੇ ਉਸਰਨ ਦੇ ਅਵਸਰ ਵੱਧ ਗਏ ਹਨ। ਜਿਵੇਂ ਜਾਸੂਸ ਦੀ ਸ਼ਕਤੀ ਗੁਪਤ ਰਹਿਣ ਵਿੱਚ ਹੁੰਦੀ ਹੈ, ਉਵੇਂ ਹੀ ਨਾਜਾਇਜ਼ ਰਿਸ਼ਤੇ ਉਤਨਾ ਚਿਰ ਹੀ ਚੰਗੇ ਲੱਗਦੇ ਹਨ ਜਿਤਨਾ ਚਿਰ ਇਹ ਗੁਪਤ ਰਹਿਣ। ਹਰ ਇਸਤਰੀ ਦੀ ਕੋਈ ਨਾ ਕੋਈ ਸਹੇਲੀ ਅਤੇ ਹਰ ਪੁਰਸ਼ ਦਾ ਕੋਈ ਨਾ ਕੋਈ ਦੋਸਤ ਹੁੰਦਾ ਹੈ। ਨਾਜਾਇਜ਼ ਸਬੰਧ ਉਸਾਰੇ ਤਾਂ ਆਪਣੀ ਹਿੰਮਤ ਨਾਲ ਜਾਂਦੇ ਹਨ, ਪਰ ਉਸਰਨ ਉਪਰੰਤ ਸਹੇਲੀ ਜਾਂ ਦੋਸਤ ਦੀਆਂ ਸੇਵਾਵਾਂ ਸਬੰਧਾਂ ਨੂੰ ਬਣਾਈ ਰੱਖਣ ਲਈ ਵਰਤੀਆਂ ਜਾਂਦੀਆਂ ਹਨ। ਖਾਣ ਪੀਣ ਅਤੇ ਬੋਲਚਾਲ ਦਾ ਪੱਧਰ ਬਦਲਣ ਨਾਲ ਇਹਨਾਂ ਸਹਾਇਕ ਧਿਰਾਂ ਨੂੰ ਵੀ ਨਵੇਂ ਸਬੰਧਾਂ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ। ਹਰ ਕਿਸੇ ਨੂੰ ਖਤਰੇ ਵਾਲੀ ਸਥਿਤੀ ਵਿੱਚ ਵਿਚਰਨ ਅਤੇ ਨਵੇਂ ਪ੍ਰਯੋਗ ਕਰਨ ਦਾ ਆਨੰਦ ਆਉਂਦਾ ਹੈ। ਜਿਵੇਂ ਭੋਜਨ ਵਿੱਚ ਚਟਨੀ, ਅਚਾਰ ਜਾਂ ਪਾਪੜ ਦੀ ਲੋੜ ਤਾਂ ਹੀ ਪੈਂਦੀ ਹੈ ਜਦੋਂ ਸਾਦਾ ਭੋਜਨ ਸਾਨੂੰ ਪ੍ਰਭਾਵਿਤ ਨਹੀਂ ਕਰਦਾ, ਇਵੇਂ ਹੀ ਜਦੋਂ ਸਧਾਰਨ ਅਤੇ ਦੁਹਰਾਓਵਾਦੀ ਸਬੰਧਾਂ ਵਿੱਚ ਖਿੱਚ ਨਹੀਂ ਰਹਿੰਦੀ ਤਾਂ ਹੀ ਨਵੇਂ ਸਬੰਧ ਉਸਰਨ ਦੀ ਲਾਲਸਾ ਉਪਜਦੀ ਹੈ। ਸੈਰ ਸਪਾਟੇ ਲਈ ਜਾਣ ਵਾਲੀਆਂ ਥਾਵਾਂ ਤੇ ਭੋਜਨ ਕਰਨ, ਨਵੇਂ ਲੋਕਾਂ ਨੂੰ ਮਿਲਣ, ਨਵੇਂ ਪਹਿਰਾਵੇ ਪਹਿਨਣ ਆਦਿ ਦੀ ਇੱਛਾ ਨਵੀਨਤਾ ਪ੍ਰਤੀ ਤਾਂਘ ਦੀ ਸਦੀਵੀ ਮੂਲ ਪ੍ਰਵਿਰਤੀ ਵਿੱਚੋਂ ਜਨਮਦੀ ਹੈ। ਉਦਾਹਰਣ ਵਜੋਂ ਜਿਹੜੀ ਇਸਤਰੀ ਦੁਪਹਿਰ 2 ਵਜੇ ਤੱਕ ਨਹਾਉਂਦੀ ਹੀ ਨਹੀਂ ਜਾਂ ਜਿਹੜਾ ਪੁਰਸ਼ ਘਰ ਵੱਲ ਧਿਆਨ ਹੀ ਨਹੀਂ ਦਿੰਦਾ, ਉੱਥੇ ਇੱਕ ਦੂਜੇ ਪ੍ਰਤੀ ਉਪਰਾਮਤਾ ਉਪਜਣੀ ਸੁਭਾਵਿਕ ਹੈ। ਇਹ ਉਪਰਾਮਤਾ ਹੀ ਨਵੇਂ ਪ੍ਰਯੋਗ ਕਰਨ ਲਈ ਪ੍ਰੇਰਨਾ ਸ਼ਕਤੀ ਬਣ ਜਾਂਦੀ ਹੈ। ਅਜੋਕੀਆਂ ਸਾਰੀਆਂ ਫਿਲਮਾਂ, ਟੈਲੀਵਿਜ਼ਨ ਪ੍ਰੋਗਰਾਮਾਂ ਅਤੇ ਸਾਹਿਤਕ ਕਿਰਤਾਂ ਆਦਿ ਲਈ ਜਾਇਜ਼ ਸਬੰਧ ਕੋਈ ਅਰਥ ਨਹੀਂ ਰੱਖਦੇ। ਇਹਨਾਂ ਪ੍ਰੋਗਰਾਮਾਂ ਅਤੇ ਕਿਰਤਾਂ ਦਾ ਵਿਸ਼ਾ ਅਸਾਧਾਰਨ ਜਾਂ ਨਾਜਾਇਜ਼ ਸਬੰਧ ਹੀ ਹੋ ਸਕਦੇ ਹਨ। ਸਧਾਰਨ ਵਿਅਕਤੀ ਲਈ ਵੀ ਸਧਾਰਨ ਗੱਲਾਂ ਦਿਲਚਸਪ ਨਹੀਂ ਰਹੀਆਂ। ਲੋਕ ਪੜ੍ਹ ਲਿਖ ਕੇ ਜਟਿਲ ਅਤੇ ਗੁੰਝਲਦਾਰ ਹੋ ਗਏ ਹਨ। ਉਹਨਾਂ ਨੂੰ ਜੀਵਨ ਦੀਆਂ ਸਧਾਰਨ ਖੁਸ਼ੀਆਂ ਵਿੱਚੋਂ ਤਸੱਲੀ ਨਹੀਂ ਮਿਲਦੀ। ਉਹ ਗੁੰਝਲਦਾਰ ਹੋਏ ਬਿਨਾਂ ਪ੍ਰਸੰਨ ਨਹੀਂ ਹੁੰਦੇ। ਨਾਜਾਇਜ਼ ਰਿਸ਼ਤਿਆਂ ਦੀਆਂ ਗੁੰਝਲਾਂ ਬਾਰੇ ਪੜ੍ਹਨਾ ਅਤੇ ਅਜਿਹੇ ਰਿਸ਼ਤਿਆਂ ਨੂੰ ਉਸਾਰਨਾ ਇੱਕ ਪ੍ਰਕਾਰ ਦਾ ਖੇਡ ਵਰਗਾ ਮਨ ਪਰਚਾਵਾ ਬਣ ਗਿਆ ਹੈ। ਜੇ ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਤਾਂ ਕੁਦਰਤ ਕੇਵਲ ਇੱਕ ਹੀ ਰਿਸ਼ਤੇ, ਇਸਤਰੀ ਪੁਰਸ਼ ਜਾਂ ਨਰ ਮਾਦਾ ਦੇ ਰਿਸ਼ਤੇ ਨੂੰ ਹੀ ਪਛਾਣਦੀ ਹੈ। ਬਾਕੀ ਸਾਰੇ ਰਿਸ਼ਤੇ ਸਮਾਜ ਵੱਲੋਂ ਉਸਾਰੇ ਗਏ ਹਨ। ਅਤ੍ਰਿਪਤ ਮਨੁੱਖ ਕੁਦਰਤੀ ਰਿਸ਼ਤੇ ਲਈ ਤਾਂਘਦਾ ਹੈ ਕਿਉਂਕਿ ਸਮਾਜਿਕ ਰਿਸ਼ਤੇ ਉਸ ਲਈ ਬੋਝ ਬਣ ਜਾਂਦੇ ਹਨ। ਜਦੋਂ ਜੀਵਨ ਦੇ ਹਰ ਖੇਤਰ ਵਿੱਚ ਵੰਨ-ਸੁਵੰਨਤਾ ਫੈਲ ਰਹੀ ਹੈ ਤਾਂ ਰਿਸ਼ਤਿਆਂ ਵਿੱਚ ਵੀ ਵੰਨ-ਸੁਵੰਨਤਾ ਦਾ ਆਉਣਾ ਸੁਭਾਵਿਕ ਹੈ। ਗਰਭ ਨਿਰੋਧਕ ਵਿਧੀਆਂ ਨੇ ਵੀ ਨਾਜਾਇਜ਼ ਰਿਸ਼ਤਿਆਂ ਦੀ ਉਸਾਰੀ ਨੂੰ ਉਤਸ਼ਾਹ ਕਰ ਦਿੱਤਾ ਹੈ ਅਤੇ ਵਿਗਿਆਨ ਦੇ ਪ੍ਰਭਾਵ ਅਧੀਨ ਹਰ ਵਿਅਕਤੀ ਵਿੱਚ ਨਵੇਂ-ਨਵੇਂ ਪ੍ਰਯੋਗ ਕਰਨ ਦੀ ਵੀ ਬਿਰਤੀ ਬਲਵਾਨ ਹੋਈ ਹੈ। ਹਰ ਕਿਸੇ ਦੀ ਮੁੱਢਲੀ ਦਿਲਚਸਪੀ ਆਪਣੇ ਸਰੀਰ ਵਿੱਚ ਹੀ ਹੁੰਦੀ ਹੈ।
ਸੋ ਉਸ ਵਿੱਚ ਆਪਣੇ ਸਰੀਰ ਨੂੰ ਦੂਜਿਆਂ ਦੇ ਸਰੀਰ ਨਾਲ ਮਾਪਣਾ ਤੋਲਣਾ ਨਾ ਕੇਵਲ ਖਿੱਚ ਪਾਉਂਦਾ ਹੈ, ਸਗੋਂ ਇਹ ਯਤਨ ਨਵੇਂ ਅਨੁਭਵ ਪ੍ਰਾਪਤ ਕਰਨ ਵਿੱਚ ਵੀ ਸਹਾਈ ਹੁੰਦਾ ਹੈ। ਜਦੋਂ ਕਿਸੇ ਕੋਲ ਨਵੇਂ ਅਨੁਭਵ ਇਕੱਤਰ ਹੋ ਜਾਂਦੇ ਹਨ ਤਾਂ ਹੀ ਉਹ ਕਲਾਕਾਰ ਜਾਂ ਕਵੀ ਜਾਂ ਸਾਹਿਤਕਾਰ ਬਣਦਾ ਹੈ। ਹਰ ਕਿਸੇ ਵਿੱਚ ਕਲਾਕਾਰ ਬਣਨ ਦੀ ਸੁਭਾਵਿਕ ਇੱਛਾ ਹੁੰਦੀ ਹੈ। ਕਲਾ ਜਾਂ ਸਾਹਿਤ ਦੀ ਦ੍ਰਿਸ਼ਟੀ ਤੋਂ ਇੱਕ ਪੁਰਸ਼ ਇੱਕ ਇਸਤਰੀ ਦੇ ਪਤੀ ਪਤਨੀ ਵਾਲੇ ਸੰਬੰਧ ਕਲਾ ਦੇ ਵਿਕਾਸ ਲਈ ਰੁਕਾਵਟ ਬਣ ਜਾਂਦੇ ਹਨ। ਇਸੇ ਕਾਰਨ ਕਲਾਕਾਰ ਇਸਤਰੀ ਪੁਰਸ਼ਾਂ ਦੇ ਪਤੀ ਪਤਨੀ ਵਾਲੇ ਸੰਬੰਧ ਸੁਖਾਵੇਂ ਨਹੀਂ ਹੁੰਦੇ, ਕਿਉਂਕਿ ਕਲਾਕਾਰਾਂ ਵਿੱਚ ਨਵੇਂ ਅਨੁਭਵਾਂ ਲਈ ਤੀਬਰ ਤਾਂਘ ਹੁੰਦੀ ਹੈ। ਕੋਈ ਵੀ ਸਿਆਣਾ ਪੁਰਸ਼ ਇੱਕ ਇਸਤਰੀ ਨਾਲ ਅਤੇ ਕੋਈ ਵੀ ਸੋਹਣੀ ਇਸਤਰੀ ਇੱਕ ਪੁਰਸ਼ ਨਾਲ ਸੰਤੁਸ਼ਟ ਨਹੀਂ ਹੁੰਦੀ। ਯੂਰਪ ਦੇਸ਼ਾਂ ਵਿੱਚ ਨਾਜਾਇਜ਼ ਸਬੰਧਾਂ ਦਾ ਪਤਾ ਲੱਗ ਜਾਣ ਤੇ ਵੱਧ ਤੋਂ ਵੱਧ ਤਲਾਕ ਵਾਪਰਦਾ ਹੈ, ਜਦ ਕਿ ਏਸ਼ੀਅਨ ਦੇਸ਼ਾਂ ਵਿੱਚ ਕਤਲ ਵੀ ਹੁੰਦੇ ਹਨ। ਪ੍ਰੇਮੀ ਜਾਂ ਪ੍ਰੇਮਿਕਾ ਦਾ ਕਤਲ ਉਹੀ ਕਰਦੇ ਹਨ ਜਿਨ੍ਹਾਂ ਦੇ ਨਾਜਾਇਜ਼ ਸਰੀਰਕ ਸਬੰਧ ਉਸਰ ਚੁੱਕੇ ਹੁੰਦੇ ਹਨ, ਪਰ ਇੱਕ ਧਿਰ ਦਾ ਦੂਜੀ ਧਿਰ ਵਿੱਚ ਵਿਸ਼ਵਾਸ ਮੁੱਕ ਚੁੱਕਾ ਹੁੰਦਾ ਹੈ। ਬਲਾਤਕਾਰ ਅਕਸਰ ਬਦਲਾ ਲੈਣ ਦੀ ਭਾਵਨਾ ਤੋਂ ਪ੍ਰੇਰਿਤ ਹੁੰਦੇ ਹਨ। ਨਾਜਾਇਜ਼ ਸਬੰਧਾਂ ਵਿੱਚ ਜਦੋਂ ਇੱਕ ਧਿਰ ਦਾ ਕਤਲ ਹੋ ਜਾਂਦਾ ਹੈ ਤਾਂ ਇਸ ਕਤਲ ਦੀ ਗੁੱਥੀ ਪੁਲਿਸ ਲਈ ਸੁਲਝਾਉਣੀ ਔਖੀ ਨਹੀਂ ਹੁੰਦੀ। ਜਦੋਂ ਕਾਤਲ ਫੜ ਲਿਆ ਜਾਂਦਾ ਹੈ ਤਾਂ ਉਸ ਦਾ ਮੁੱਢਲਾ ਵਿਹਾਰ ਇਸ ਕਤਲ ਨੂੰ ਜਾਇਜ਼ ਠਹਿਰਾਉਣ ਵਾਲਾ ਹੁੰਦਾ ਹੈ ਅਤੇ ਕਾਤਲ ਧਿਰ ਆਪਣੀ ਅਣਖ, ਆਪਣੇ ਸਵੈ-ਮਾਣ ਅਤੇ ਆਪਣੀ ਬੇਇੱਜ਼ਤੀ ਨੂੰ ਆਧਾਰ ਬਣਾ ਕੇ ਆਪਣੇ ਅਮਲ ਨੂੰ ਸਹੀ ਕਰਾਰ ਦਿੰਦੀ ਹੈ। ਏਸ਼ੀਅਨ ਦੇਸ਼ਾਂ ਵਿੱਚ ਇਸਤਰੀ ਪੁਰਸ਼ ਦੀ ਸਥਿਤੀ ਯੂਰਪੀਅਨ ਦੇਸ਼ਾਂ ਨਾਲੋਂ ਭਿੰਨ ਹੈ। ਏਸ਼ੀਅਨ ਦੇਸ਼ਾਂ ਦੀ ਇਸਤਰੀ ਦੇ ਮੁਕਾਬਲੇ ਯੂਰਪੀਅਨ ਇਸਤਰੀ ਵਧੇਰੇ ਸੁਚੇਤ, ਦਲੇਰ ਅਤੇ ਆਪਣੇ ਸੰਬੰਧੀ ਫੈਸਲੇ ਆਪ ਕਰਨ ਦੀ ਯੋਗਤਾ ਅਤੇ ਸਮਰੱਥਾ ਰੱਖਦੀ ਹੈ। ਏਸ਼ੀਅਨ ਦੇਸ਼ਾਂ ਵਿੱਚ ਪੁਰਸ਼ਾਂ ਦਾ ਸਮਾਜਿਕ ਮਹੱਤਵ ਇਸਤਰੀਆਂ ਦੇ ਮੁਕਾਬਲੇ ਵਧੇਰੇ ਹੈ। ਇਹਨਾਂ ਦੇਸ਼ਾਂ ਵਿੱਚ ਜਦੋਂ ਨਾਜਾਇਜ਼ ਸੰਬੰਧ ਉਸਰਦੇ ਹਨ ਤਾਂ ਇਹਨਾਂ ਵਿੱਚ ਇਸਤਰੀ ਦਾ ਸ਼ੋਸ਼ਣ ਵਧੇਰੇ ਹੁੰਦਾ ਹੈ। ਏਸ਼ੀਅਨ ਦੇਸ਼ਾਂ ਵਿੱਚ ਇਸਤਰੀ ਦੀ ਜ਼ਿੰਦਗੀ ਵਿਸ਼ਵਾਸ ਪਾਤਰ ਅਤੇ ਵਿਸ਼ਵਾਸਘਾਤੀ ਰਿਸ਼ਤਿਆਂ ਵਿਚਕਾਰ ਵਿਚਰਦੀ ਹੈ। ਇਸਤਰੀ ਆਪਣੇ ਵਿਸ਼ਵਾਸ ਪਾਤਰ ਨਾਲ ਇੱਕ ਲਾਪੇ ਵਿੱਚ ਵੀ ਵਿਚਰ ਸਕਦੀ ਹੈ, ਪਰ ਵਿਸ਼ਵਾਸਘਾਤੀ ਨਾਲ ਭੀੜ ਵਿੱਚ ਵਿਚਰਨਾ ਵੀ ਉਸ ਲਈ ਸੰਭਵ ਨਹੀਂ ਹੁੰਦਾ। ਪਿਆਰ ਅਤੇ ਵਿਆਹ ਵਾਂਗ ਨਾਜਾਇਜ਼ ਰਿਸ਼ਤੇ ਨੂੰ ਉਸਾਰਨ ਦੀ ਵੀ ਪਹਿਲ ਅਤੇ ਕਾਹਲ ਪੁਰਸ਼ ਕਰਦਾ ਹੈ, ਪਰ ਹਰ ਰਿਸ਼ਤੇ ਨੂੰ ਬਣਾਈ ਰੱਖਣ ਲਈ ਮਿਹਨਤ ਵਧੇਰੇ ਇਸਤਰੀ ਕਰਦੀ ਹੈ। ਰਿਸ਼ਤੇ ਦੀ ਪਕਿਆਈ ਅਤੇ ਸਦੀਵਤਾ ਇਸਤਰੀ ਦਾ ਉਦੇਸ਼ ਹੁੰਦੀ ਹੈ। ਅੱਜ ਕੱਲ੍ਹ ਕੁਝ ਨਵਾਂ ਕਰਨ ਦਾ ਪਾਗਲਪਣ ਹਰ ਕਿਸੇ ਦੇ ਸਵਾਰ ਹੈ। ਮਨੁੱਖ ਦਾ ਦੁਖਾਂਤ ਇਹ ਹੈ ਕਿ ਉਹ ਆਪਣੇ ਆਪ ਨੂੰ ਨਿਰਪੱਖ ਹੋ ਕੇ ਕਦੇ ਨਹੀਂ ਵੇਖਦਾ। ਕੋਈ ਵਿਅਕਤੀ ਜਿੰਨਾ ਵਧੇਰੇ ਬੇਈਮਾਨ ਹੁੰਦਾ ਹੈ, ਉਸ ਦੀ ਓਨੀ ਹੀ ਵਧੇਰੇ ਇੱਛਾ ਹੁੰਦੀ ਹੈ ਕਿ ਉਸ ਦੀ ਪਤਨੀ ਇਮਾਨਦਾਰ ਅਤੇ ਸੁਹਿਰਦ ਹੋਵੇ। ਕਿਸੇ ਹੋਰ ਨੂੰ ਜਿੱਤਣ ਦੀ ਭਾਵਨਾ ਵਾਲਾ ਵਿਅਕਤੀ ਅੰਦਰੋਂ ਕਿਧਰੇ ਪਹਿਲਾਂ ਹੀ ਹਾਰਿਆ ਹੋਇਆ ਹੁੰਦਾ ਹੈ। ਕਿਸੇ ਨੇ ਪੁੱਛਿਆ ਹੈ ਕੀ ਲੱਭਦਾ ਹੈ ਇਹਨਾਂ ਨਾਜਾਇਜ਼ ਸੰਬੰਧਾਂ ਵਿੱਚੋਂ? ਉੱਤਰ ਦਿੱਤਾ ਜਾ ਸਕਦਾ ਹੈ ਕੀ ਲੱਭਦਾ ਹੈ ਬੱਚੇ ਨੂੰ ਸ਼ਰਾਰਤਾਂ ਕਰਕੇ, ਕੀ ਲੱਭਦਾ ਹੈ ਸਮਾਜਿਕ ਨਿਯਮਾਂ ਨੂੰ ਉਲੰਘਣ ਨਾਲ, ਕੀ ਲੱਭਦਾ ਹੈ ਸ਼ਰਾਬੀ ਨੂੰ ਸ਼ਰਾਬ ਵਿੱਚੋਂ, ਜੂਏਬਾਜ਼ ਨੂੰ ਜੂਏ ਵਿੱਚੋਂ, ਸਮਗਲਰ ਨੂੰ ਸਮਗਲਿੰਗ ਵਿੱਚੋਂ। ਸਪਸ਼ਟ ਹੈ ਕਿ ਮਨੁੱਖ ਦੀਆਂ ਅੰਤਰੀਵ ਤਾਂਘਾਂ ਦੇ ਉੱਤਰ ਤਾਰਕਿਕ ਮੁਹਾਵਰੇ ਵਿੱਚ ਨਹੀਂ ਦਿੱਤੇ ਜਾ ਸਕਦੇ। ਜਦੋਂ ਤਾਂਘਾਂ ਵਿਵੇਕ ਤੋਂ ਵਧੇਰੇ ਸ਼ਕਤੀਸ਼ਾਲੀ ਹੋ ਜਾਂਦੀਆਂ ਹਨ ਤਾਂ ਇਹ ਆਪਣਾ ਨਵੇਕਲਾ ਤਰਕ ਸਿਰਜ ਲੈਂਦੀਆਂ ਹਨ। ਮਨੁੱਖ ਦਾ ਕਾਮੁਕ ਵਿਹਾਰ ਮਨੁੱਖ ਦੀ ਬੁੱਧੀ ਦੇ ਅਧੀਨ ਨਹੀਂ ਹੈ। ਹਰ ਬੈਂਕ ਤੋਂ ਇੱਕੋ ਪ੍ਰਕਾਰ ਦੇ ਨੋਟ ਮਿਲਦੇ ਹਨ। ਅੰਤਰ ਨੋਟਾਂ ਵਿੱਚ ਨਹੀਂ ਹੁੰਦਾ, ਬੈਂਕ ਵਿੱਚ ਹੁੰਦਾ ਹੈ। ਅਸੀਂ ਬਦਲ ਕੇ ਕੱਪੜੇ ਕਿਉਂ ਪਾਉਂਦੇ ਹਾਂ? ਆਨੰਦ ਕੱਪੜਿਆਂ ਵਿੱਚ ਨਹੀਂ ਹੁੰਦਾ, ਬਦਲ ਕੇ ਪਾਉਣ ਵਿੱਚ ਹੁੰਦਾ ਹੈ। ਪਹਿਲਾਂ ਮਨੁੱਖ ਤੇ ਸਮਾਜਿਕ ਦਬਾਅ ਵਧੇਰੇ ਸਨ। ਚੰਗੇ ਅਤੇ ਮਾੜੇ ਦੀ ਵਿਹਾਰ ਦੀ ਵੰਡ ਸਪਸ਼ਟ ਸੀ। ਸਮਾਜ ਛੋਟਾ ਸੀ, ਰਿਸ਼ਤੇ ਸਪਸ਼ਟ ਸਨ, ਨੈਤਿਕ ਨਿਯਮ ਕਰੜੇ ਸਨ ਜਿਹੜੇ ਨਾਜਾਇਜ਼ ਰਿਸ਼ਤਿਆਂ ਨੂੰ ਰੋਕਦੇ ਸਨ। ਹੁਣ ਆਰਥਿਕ ਸ਼ਕਤੀ ਵਧਣ ਕਾਰਨ ਸਮਾਜਿਕ ਅਪਰਵਾਨਗੀ ਦਾ ਡਰ ਨਹੀਂ ਰਿਹਾ, ਸੋ ਸਾਡੇ ਵਿਹਾਰ ਵਿੱਚ ਵੀ ਲਾਪਰਵਾਹੀ ਆ ਗਈ ਹੈ। ਜਦੋਂ ਇੱਕ ਡਾਕਟਰ ਸਿਗਰਟ ਪੀਂਦਾ ਹੈ ਤਾਂ ਇਹ ਸਿਆਣਪ ਵੀ ਹੋਣੇ ਗਿਆਨ ਦੀ ਇੱਕ ਉਦਾਹਰਣ ਬਣ ਜਾਂਦੀ ਹੈ, ਕਿਉਂਕਿ ਜਿਨ੍ਹਾਂ ਨੇ ਦੂਜਿਆਂ ਲਈ ਉਦਾਹਰਨਾਂ ਸਿਰਜਣੀਆਂ ਹਨ ਉਹ ਆਪ ਕੁਰਾਹੇ ਪਏ ਹੋਏ ਹਨ। ਕਸ਼ਟ ਉਹਨਾਂ ਕੰਮਾਂ ਦੇ ਹੀ ਹੁੰਦੇ ਹਨ ਜਿਨ੍ਹਾਂ ਨੂੰ ਸਮਾਜ ਪ੍ਰਵਾਨਗੀ ਦੀ ਦ੍ਰਿਸ਼ਟੀ ਨਾਲ ਨਹੀਂ ਵੇਖਦਾ, ਪਰ ਹੁਣ ਤਾਂ ਕਿਸੇ ਨੂੰ ਸਮਾਜ ਦੀ ਪਰਵਾਹ ਹੀ ਨਹੀਂ। ਵਪਾਰ ਦੀ ਦ੍ਰਿਸ਼ਟੀ ਤੋਂ ਜਾਇਜ਼ ਸਬੰਧਾਂ ਦੇ ਮੁਕਾਬਲੇ ਨਾਜਾਇਜ਼ ਸਬੰਧ ਵਧੇਰੇ ਲਾਭਕਾਰੀ ਹਨ। ਕਈ ਕੈਫੇ, ਹੋਟਲ, ਸਿਨੇਮੇ ਅਤੇ ਥਾਵਾਂ ਅਜਿਹੀਆਂ ਹਨ ਜਿਹੜੀਆਂ ਨਾਜਾਇਜ਼ ਸਬੰਧਾਂ ਦੇ ਸੰਦਰਭ ਵਿੱਚ ਹੀ ਸਾਰਥਕ ਹਨ। ਹੁਣ ਅੱਗ ਦੇ ਬੀਜਾਂ ਨੂੰ ਪਿੱਪਲਾਂ ਦੇ ਸੁਪਨੇ ਆਉਣ ਲੱਗ ਪਏ ਹਨ। ਅਜੋਕੇ ਸਮਾਜ ਵਿੱਚ ਨੋਟਾਂ ਦੀ ਗਿਣਤੀ ਅਤੇ ਗਰਮੀ ਵੱਧ ਗਈ ਹੈ। ਜਜ਼ਬਾਤਾਂ ਅਤੇ ਅਹਿਸਾਸਾਂ ਦਾ ਨਿੱਘ ਨਹੀਂ ਰਿਹਾ। ਟੈਲੀਵਿਜ਼ਨ ਨੇ ਇਸਤਰੀ ਨੂੰ ਉਭਾਰਿਆ ਹੀ ਨਹੀਂ, ਇਸ ਨੂੰ ਚੰਗੇ ਅਤੇ ਮਾੜੇ ਦੋਵਾਂ ਢੰਗਾਂ ਨਾਲ ਆਪਾ ਪ੍ਰਗਟਾਉਣ ਦੇ ਅਵਸਰ ਵੀ ਦਿੱਤੇ ਹਨ। ਰਿਸ਼ਤੇ ਕੱਪੜਿਆਂ ਵਾਂਗ ਹੋ ਗਏ ਹਨ। ਫੈਸ਼ਨ ਪੁਰਾਣਾ ਹੋ ਜਾਂਦਾ ਹੈ, ਇਹ ਸਾਂਭੇ ਤਾਂ ਜਾਂਦੇ ਹਨ, ਪਹਿਨੇ ਨਹੀਂ ਜਾਂਦੇ।
ਕਈ ਕੱਪੜੇ ਭਾਰੇ ਅਤੇ ਪੁਰਾਣੇ ਪ੍ਰਤੀਤ ਹੋਣ ਲੱਗ ਪੈਂਦੇ ਹਨ। ਕੱਚੇ ਘੜਿਆਂ ਵਿੱਚ ਪੱਕੇ ਰਿਸ਼ਤਿਆਂ ਨੂੰ ਚੁੱਕਣ ਦੀ ਸਮਰੱਥਾ ਨਹੀਂ ਹੁੰਦੀ। ਇਸਤਰੀ ਦੇ ਗਿਲੇ ਸ਼ਿਕਵੇ ਵੱਧ ਗਏ ਹਨ। ਜਿਵੇਂ ਸਰੀਰ ਨਾਪਣ ਵਾਲੇ ਕਈ ਮਿਲਦੇ ਹਨ, ਰੂਹ ਨੂੰ ਤੋਲਣ ਵਾਲਾ ਕੋਈ ਨਹੀਂ ਮਿਲਦਾ। ਇਨਸਾਨੀ ਜਾਮਾ ਤਾਂ ਮਿਲਿਆ ਹੈ, ਪਰ ਔਰਤ ਦਾ ਮਿਲਿਆ ਹੈ। ਅਸੀਂ ਸਾਰੇ ਆਪਣੇ ਆਪਣੇ ਸਰੀਰਾਂ ਵਿੱਚ ਉਮਰ ਕੈਦ ਭੁਗਤ ਰਹੇ ਹਾਂ ਅਤੇ ਆਪਣੇ ਸਰੀਰਾਂ ਦੀ ਸੁਰੰਗ ਵਿੱਚ ਸ਼ੋਰ ਪਾ ਰਹੇ ਹਾਂ। ਵਿਛੋੜੇ ਦਾ ਡਰ ਸਾਰੇ ਬੰਧਨ ਪ੍ਰਵਾਨ ਕਰਵਾਉਂਦਾ ਹੈ, ਪਰ ਸ਼ਿਕਵੇ ਸ਼ਿਕਾਇਤਾਂ ਕਿਸੇ ਦੀਆਂ ਨਹੀਂ ਮੁੱਕਦੀਆਂ। ਇਸਤਰੀ ਕਹਿੰਦੀ ਹੈ, ਮੈਨੂੰ ਰੁੱਖ ਦੀ ਨਹੀਂ ਛਾਂ ਦੀ ਲੋੜ ਹੈ। ਰੁੱਖ ਤਾਂ ਮੇਰੇ ਵਿਹੜੇ ਵਿੱਚ ਵੀ ਹੈ, ਪਰ ਉਸ ਦੀ ਛਾਂ ਨਹੀਂ ਹੈ। ਮੈਨੂੰ ਫੁੱਲਾਂ ਦੀ ਨਹੀਂ ਖੁਸ਼ਬੂ ਦੀ ਲੋੜ ਹੈ। ਫੁੱਲ ਤਾਂ ਪਲਾਸਟਿਕ ਦੇ ਵੀ ਮਿਲ ਜਾਂਦੇ ਹਨ। ਮੈਨੂੰ ਮਰਦ ਦੀ ਨਹੀਂ ਹਮਦਰਦ ਦੀ ਲੋੜ ਹੈ। ਪਰ ਹਰ ਹਮਦਰਦ ਅੰਤ ਵਿੱਚ ਮਰਦ ਹੋ ਨਿਬੜਦਾ ਹੈ। ਘਰ ਬਾਰੇ ਇਸਤਰੀ ਕਹਿੰਦੀ ਹੈ, ਦੂਰੋਂ ਉਹ ਥਾਂ ਘਰ ਵਾਂਗ ਨਜ਼ਰ ਆਉਂਦੀ ਸੀ, ਨੇੜੇ ਜਾ ਕੇ ਵੇਖਿਆ ਤਾਂ ਕੇਵਲ ਚਾਰ ਦੀਵਾਰੀ ਹੀ ਸੀ। ਹੁਣ ਜਦੋਂ ਰਿਸ਼ਤਿਆਂ ਦੀ ਵਿਆਕਰਣ ਵਿੱਚ ਕਿਸੇ ਦੀ ਦਿਲਚਸਪੀ ਨਹੀਂ ਰਹੀ, ਹਰ ਕੋਈ ਅੱਖਾਂ ਦੇ ਬੋਝੇ ਵਿੱਚੋਂ ਸੁਪਨੇ ਚੋਰੀ ਹੋ ਜਾਣ ਦੀ ਦੁਹਾਈ ਪਾ ਰਿਹਾ ਹੈ ਅਤੇ ਲੁੱਟੇ ਜਾਣ ਅਤੇ ਲੁੱਟਣ ਦੀ ਬੋਲੀ ਵਿੱਚ ਬੋਲ ਰਿਹਾ ਹੈ। ਸਾਡੀ ਸਮੁੱਚੀ ਸਮਾਜਿਕ ਉਸਾਰੀ, ਸਾਡੇ ਰਿਸ਼ਤਿਆਂ ਦੀ ਪਵਿੱਤਰਤਾ ਆਦਿ ਦੀ ਉਸਾਰੀ ਗਰੀਬ ਆਰਥਿਕਤਾ ਦੇ ਸੰਦਰਭ ਵਿੱਚ ਹੋਈ ਹੈ। ਹੁਣ ਖੁਸ਼ਹਾਲੀ ਕਾਰਨ ਜਦੋਂ ਆਰਥਿਕਤਾ ਦਾ ਆਧਾਰ ਬਦਲ ਗਿਆ ਹੈ, ਤਾਂ ਰਿਸ਼ਤਿਆਂ ਦੀ ਰਵਾਇਤੀ ਪਵਿੱਤਰਤਾ ਬਣਾਈ ਰੱਖਣੀ ਚੜ੍ਹੀ ਆਉਂਦੀ ਪਰਿਵਰਤਨ ਦੀ ਹਨੇਰੀ ਸਾਹਮਣੇ ਲਗਭਗ ਅਸੰਭਵ ਹੋ ਗਈ ਹੈ। ਸਥਿਤੀ ਦੀ ਗੰਭੀਰਤਾ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ। ਸਥਿਤੀ ਬੜੀ ਗੰਭੀਰ ਹੈ। ਗੰਭੀਰ ਉਪਰਾਲੇ ਕੀਤੇ ਬਿਨਾਂ ਸਥਿਤੀ ਵਿੱਚ ਕਿਸੇ ਕਿਸਮ ਦਾ ਸੁਧਾਰ ਨਹੀਂ ਹੋਵੇਗਾ। ਖੋਟੇ ਸਿੱਕਿਆਂ ਨਾਲ ਲੰਮਾ ਅਰਸਾ ਗੁਜ਼ਾਰਾ ਨਹੀਂ ਕੀਤਾ ਜਾ ਸਕਦਾ। ਸੋ ਦੋਸਤੋ, ਇਸ ਦੇ ਨਾਲ ਆਪਣਾ ਇਹ ਲੇਖ ਖਤਮ ਹੁੰਦਾ ਹੈ। ਫਿਰ ਮਿਲਾਂਗੇ ਆਪਾਂ ਅਗਲੇ ਲੇਖ ਨਾਲ। ਧੰਨਵਾਦ।